हेलो फ्रेंड्स, वेलकम टू आवर पास कोचिंग चैनल। आज हम +1 की बिजनेस स्टडी का की है टॉपिक डिस्कस करेंगे। चैप्टर नेम है नेचर एंड परपस ऑफ बिजनेस। नेचर एंड परपस ऑफ बिजनेस के विच सबसे पहले ह्यूमन एक्टिविटी का क्या मीनिंग डिस्कस करेंगे। ह्यूमन एक्टिविटी क्या होती है? ह्यूमन एक्टिविटी जो मनुख ਜਿਹੜੀ ਆਪਦੀ ਰੋਜ਼ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁਛ ਨਾ ਕੁਛ ਉਹਨੂੰ ਕੀ ਕਰਨੀ ਪੈਂਦੀ ਹੈ, ਐਕਟੀਵਿਟੀ ਕਰਨੀ ਪੈਂਦੀ ਹੈ। ਉਹਨੂੰ ਕੀ ਕਿਹਾ ਜਾਂਦਾ ਹੈ? ਹਿਊਮਨ ਐਕਟੀਵਿਟੀ। ਹਿਊਮਨ ਲਾਈਫ ਇਜ਼ ਬਿਲਟ ਅਰਾਊਂਡ ਵਰਕ। ਜਿਹੜੀ ਹਿਊਮਨ ਲਾਈਫ ਹੈ ਉਹ ਆਦੀ ਨਿਰਮਾਣ ਕਿਵੇਂ ਕਰਦਾ ਹੈ? ਆਦੇ ਕੰਮ ਦੁਆਰਾ ਕੀ ਕਰਦਾ? ਉਹ ਨਿਰਮਾਣ ਕਰਦਾ ਹੈ। ਇਨ ਆਰਡਰ ਟੂ ਸੈਟਿਸਫਾਈ ਨੀਡਸ ਹਿਊਮਨ ਬੀਇੰਗਸ ਆਰ ਰਿਕੁਆਇਰਡ ਟੂ ਪਰਫਾਰਮ ਸਮ ਐਕਟੀਵਿਟੀਜ਼। ਆਪਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਜਿਹੜਾ ਹਿਊਮਨ ਬੀਇੰਗ ਹੈ ਉਹਨੂੰ ਕੁਛ ਨਾ ਕੁਛ ਕੀ ਕਰਨੀ ਪੈਂਦੀ ਹੈ, ਐਕਟੀਵਿਟੀ ਨੂੰ ਕੀ ਕਰਨਾ ਪੈਂਦਾ, ਪਰਫਾਰਮ ਕਰਨਾ ਪੈਂਦਾ ਹੈ। ਆਪਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਉਹਨੂੰ ਕੀ ਕਰਨੇ ਪੈਂਦੇ, ਕੁਛ ਨਾ ਕੁਛ ਕਿਰਿਆਵਾਂ ਕੀ ਕਰਨੀਆਂ ਪੈਂਦੀਆਂ, ਪਰਫਾਰਮ ਕਰਨੀਆਂ ਪੈਂਦੀਆਂ ਐਕਟੀਵਿਟੀ ਨੂੰ। ਦੇ ਅੰਡਰਟੇਕ ਡਿਫਰੈਂਟ ਓਕੂਪੇਸ਼ਨ। ਉਹਨੂੰ ਕੀ ਕਰਨਾ ਪੈਂਦਾ ਹੈ, ਅਲੱਗ ਅਲੱਗ ਕੀ ਕਰਨੇ ਪੈਂਦੇ ਹੈ, ਡਿਫਰੈਂਟ ਓਕੂਪੇਸ਼ਨ ਕੋਈ ਵੀ ਕਰ ਸਕਦਾ ਹੈ, ਜਿਸ ਦਾ ਮੁੱਖ ਮੋਟਿਵ ਕੀ ਹੋਊਗਾ? ਪੈਸਾ ਕਮਾਉਣਾ ਹੋਊਗਾ। ਕਹਿੰਦੇ ਦੇ ਅੰਡਰਟੇਕ ਡਿਫਰੈਂਟ ਓਕੂਪੇਸ਼ਨ ਇਨ ਆਰਡਰ ਟੂ ਅਰਨ ਏ ਲਾਈਵਿੰਗ। ਕਹਿੰਦਾ ਜੇ ਉਹ ਅਲੱਗ ਅਲੱਗ ਡਿਫਰੈਂਟ ਓਕੂਪੇਸ਼ਨ ਕਰਦਾ ਹੈ, ਉਹਨਾਂ ਦੀ ਜਿਉਣ ਦੇ ਲਈ ਕੀ ਕਮਾਉਣੇ ਪੈਣਗੇ? ਪੈਸੇ ਕਮਾਉਣੇ ਪੈਣਗੇ। ਵਾਈਲ ਸਮ ਐਕਟੀਵਿਟੀ ਮੇ ਪਰਸੂਟ ਟੂ ਡਿਰਾਈਵ ਪਰਸਨਲ ਸੈਟੀਸਫੈਕਸ਼ਨ। ਕੁਛ ਐਕਟੀਵਿਟੀ ਅਜਿਹੀਆਂ ਕੀਤੀਆਂ ਜਾਂਦੀਆਂ ਜਿਸ ਨਾਲ ਆਪਣੀ ਕੀ ਹੈ, ਨਿੱਜੀ ਕੀ ਮਿਲੇ, ਸੰਤੁਸ਼ਟੀ ਮਿਲੇ, ਜਿਨ੍ਹਾਂ ਦਾ ਮੁੱਖ ਉਦੇਸ਼ ਕੀ ਨਹੀਂ ਹੁੰਦਾ? ਪੈਸਾ ਕਮਾਉਣਾ ਨਹੀਂ ਹੁੰਦਾ। ਵੀ ਇਸ ਵਿੱਚ ਹਿਊਮਨ ਐਕਟੀਵਿਟੀ ਕੀ ਹੁੰਦੀਆਂ? ਉਹ ਕਿਰਿਆਵਾਂ ਹੁੰਦੀਆਂ। ਕੁਝ ਕਿਰਿਆਵਾਂ ਹੁੰਦੀਆਂ ਜਿਨ੍ਹਾਂ ਦਾ ਆਪਾਂ ਉਦੇਸ਼ ਕੀ ਹੁੰਦਾ? ਪੈਸਾ ਕਮਾਉਣਾ ਹੁੰਦਾ। ਕਿਉਂਕਿ ਪੈਸੇ ਤੋਂ ਬਿਨਾਂ ਆਪਣੀ ਕੀ ਹੈ, ਜ਼ਿੰਦਗੀ ਕੀ ਹੈ, ਚੱਲ ਨਹੀਂ ਸਕਦੀ। ਇਸ ਤਰ੍ਹਾਂ ਕਿ ਕੁਝ ਐਕਟੀਵਿਟੀਆਂ ਉਹ ਹੁੰਦੀਆਂ ਜਿਹੜੀਆਂ ਆਪਣੀ ਆਪ ਦੀ ਨਿੱਜੀ ਸ਼ਾਂਤੀ ਵਾਸਤੇ, ਸੰਤੁਸ਼ਟੀ ਵਾਸਤੇ ਕਰਦੇ ਹਾਂ। ਹੁਣ ਜਿਵੇਂ ਆਪਾਂ ਮੰਦਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਉਹ ਕੀ ਆਪਾਂ ਕਿ ਨਿੱਜੀ ਆਦੀ ਸ਼ਾਂਤੀ, ਮਨ ਦੀ ਸ਼ਾਂਤੀ ਲਈ ਕਰਦੇ। ਉਹਨਾਂ ਦਾ ਮੁੱਖ ਉਦੇਸ਼ ਕੀ ਨਹੀਂ ਹੁੰਦਾ? ਪੈਸਾ ਕਮਾਉਣਾ ਨਹੀਂ ਹੁੰਦਾ। ਕਹਿੰਦੇ ਕੁਝ ਐਕਟੀਵਿਟੀ ਹੁੰਦੀ ਜਿਨ੍ਹਾਂ ਦਾ ਮੁੱਖ ਉਦੇਸ਼ ਕੀ ਹੁੰਦਾ? ਪੈਸਾ ਕਮਾਉਣਾ ਹੁੰਦਾ, ਜਿਵੇਂ ਵਪਾਰ ਵਗੈਰਾ ਹੋ ਗਿਆ, ਕੋਈ ਵੀ ਓਕੂਪੇਸ਼ਨ। ਇਸ ਕਰਕੇ ਕਹਿੰਦੇ ਇਹ ਡਿਫਰੈਂਟ ਓਕੂਪੇਸ਼ਨ ਹੁੰਦੇ ਜਿਨ੍ਹਾਂ ਦਾ ਮੁੱਖ ਉਦੇਸ਼ ਪੈਸਾ ਕਮਾਉਣਾ ਵੀ ਹੋ ਸਕਦਾ ਅਤੇ ਨਹੀਂ ਵੀ ਕਮਾਉਣਾ ਹੋ ਸਕਦਾ। ਇਹ ਦੋਨੀ ਐਕਟੀਵਿਟੀ ਕੀ ਕਰਦਾ ਹੈ? ਹਿਊਮਨ ਪਰਫਾਰਮ ਕਰਦਾ ਹੈ। ਇਹ ਵਰਕਰਜ਼ ਵਰਕ ਇਨ ਏ ਫੈਕਟਰੀ। ਇੱਕ ਵਰਕਰ ਹੈ, ਉਹ ਫੈਕਟਰੀ ਦੇ ਵਿੱਚ ਕੀ ਕਰਦਾ ਹੈ? ਵਰਕ ਕਰਦਾ ਹੈ। ਇਹ ਫਾਰਮਰਸ ਹੈ, ਵਰਕਸ ਇਨ ਦਾ ਫੀਲਡ। ਇੱਕ ਕਿਸਾਨ ਹੈ, ਉਹ ਕੀ ਕਰਦਾ ਅਤੇ ਖੇਤਰ ਵਿੱਚ ਕੀ ਕਰਦਾ ਹੈ? ਵਰਕ ਕਰਦਾ ਹੈ। ਇਹ ਟੀਚਰ ਹੈ, ਟੀਚਿੰਗ ਕਲਾਸ ਵਿੱਚ ਕੀ ਕਰ ਰਿਹਾ ਹੈ? ਪੜ੍ਹਾ ਰਿਹਾ ਹੈ। ਇਹ ਡਾਕਟਰ ਹੈ, ਚੈੱਕ ਦੇ ਪੇਸ਼ੈਂਟ। ਡਾਕਟਰ ਹੈ, ਉਹ ਪੇਸ਼ੈਂਟ ਨੂੰ ਕਿਹੜਾ ਚੈੱਕ ਕਰ ਰਿਹਾ। ਇਹ ਬਿਜ਼ਨਸਮੈਨ ਹੈ, ਆਪਦੇ ਆਫਿਸ 'ਚ ਪਲਾਨ ਕਰ ਰਿਹਾ। ਇਹ ਸਾਰੀਆਂ ਜਿਹੜੀ ਐਕਟੀਵਿਟੀ ਹੁੰਦੀਆਂ, ਇਹ ਆਲ ਦਿਸ ਪਰਸਨ ਟੇਕ ਅਪ ਸਮ ਵਰਕ ਟੂ ਅਰਨ ਮਨੀ। ਜਿਹੜੇ ਹੁਣ ਜਿਵੇਂ ਦੇਖੋ ਡਾਕਟਰ ਪੇਸ਼ੈਂਟ ਦਾ ਚੈੱਕ ਕਰਦੇ ਆ, ਠੀਕ ਹੈ। ਟੀਚਰ ਹੈ, ਟੀਚ ਕਰ ਰਿਹਾ। ਫਾਰਮਰ ਹੈ ਕਿ ਕਿਸੇ ਖੇਤਰ ਵਿੱਚ ਕੀ ਕਰ ਰਿਹਾ? ਵਰਕ ਕਰ ਰਿਹਾ। ਫੈਕਟਰੀ ਇੱਕ ਵਰਕਰ ਹੈ, ਫੈਕਟਰੀ 'ਚ ਕੀ ਕਰ ਰਿਹਾ? ਵਰਕ ਕਰ ਰਿਹਾ। ਇਹਨਾਂ ਦਾ ਮੁੱਖ ਉਦੇਸ਼ ਕੀ ਹੈ? ਜਿਹੜੇ ਉੱਥੇ ਕੰਮ ਕਰ ਰਿਹਾ, ਪੈਸਾ ਕਮਾਉਣਾ ਹੈ। ਤਾਂ ਕਹਿੰਦਾ ਆਲ ਦਿਸ ਪਰਸਨ ਟੇਕ ਅਪ ਸਮ ਵਰਕ ਟੂ ਅਰਨ ਮਨੀ ਐਂਡ ਸੈਟਿਸਫਾਈ ਦੇਅਰ ਨੀਡਸ। Some activity may not produce direct economic ਗੇਨਸ। ਕਿ ਕੁਛ ਕੁ ਐਕਟੀਵਿਟੀ ਹੁੰਦੀਆਂ ਜਿਹੜੀਆਂ ਆਪਾਂ ਨੂੰ ਕੀ ਨਹੀਂ ਦਿੰਦੀਆਂ? ਪ੍ਰੋਫਿਟ ਨਹੀਂ ਦਿੰਦੀਆਂ। ਜਿਵੇਂ ਘਰ ਦੇ ਵਿੱਚ ਆਪਾਂ ਕੀ ਕੁਕਿੰਗ ਕਰ ਰਹੇ ਹਾਂ, ਠੀਕ ਹੈ। ਪਲੇਇੰਗ ਗੋਇੰਗ ਟੂ ਸਕੂਲ, ਆਪਾਂ ਸਕੂਲ ਦੇ ਵਿੱਚ ਕੀ ਖੇਡਣ ਜਾਂਦੇ ਹਾਂ। ਗੋਇੰਗ ਫॉर ਪ੍ਰੇਅਰਸ, ਆਪਾਂ ਕੀ ਹੈ ਪ੍ਰਾਰਥਨਾ ਸਭਾ ਵਿੱਚ ਜਾਂਦੇ ਹਾਂ। ਬਟ ਦਿਸ ਆ ਆਲਸੋ ਪਾਰਟ ਹਿਊਮਨ ਐਕਟੀਵਿਟੀ। ਇਹ ਵੀ ਹਿਊਮਨ ਐਕਟੀਵਿਟੀ ਦਾ ਕੀ ਹੁੰਦਾ? ਪਾਰਟ ਹੁੰਦਾ। ਭਾਵੇਂ ਇਹ ਕੀ ਨਹੀਂ ਕਰ ਰਹੇ, ਆਪਾਂ ਨੂੰ ਕੋਈ ਲਾਭ ਨਹੀਂ ਦੇ ਰਹੇ, ਪਰ ਇਹ ਆਪਾਂ ਕਿ ਵਿਦਆਊਟ ਕੀ ਕਰਦੇ ਆ? ਅਰਨਿੰਗ ਤੋਂ ਕੀ ਕਰਦੇ? ਐਕਟੀਵਿਟੀ ਕਰਦੇ। ਇਹਨਾਂ ਐਕਟੀਵਿਟੀਆਂ ਦਾ ਉਦੇਸ਼ ਹੁੰਦਾ ਉਹ ਪੈਸਾ ਕਮਾਉਣਾ ਨਹੀਂ ਹੁੰਦਾ। ਜਿਹੜੀ ਆਪਾਂ ਉੱਪਰ ਐਕਟੀਵਿਟੀ ਪੜ੍ਹੀ ਸੀ, ਕਲਾਸ 'ਚ ਟੀਚਰ ਕੇ ਟੀਚ ਕਰ ਰਿਹਾ, ਉਹ ਸਾਰੀ ਐਕਟੀਵਿਟੀ ਕਿ ਪੈਸੇ ਕਮਾਉਣ ਵਾਸਤੇ ਕੀਤੀਆਂ ਜਾਂਦੀਆਂ। ਅਤੇ ਜਿਹੜੀ ਨੀਚੇ ਐਕਟੀਵਿਟੀ ਹੈ ਇਹ ਵਿਦਆਊਟ ਕੀ ਕੀਤੀ ਜਾਂਦੀ? ਆਪਾਂ ਇਹਨਾਂ ਦਾ ਮੁੱਖ ਉਦੇਸ਼ ਕੀ ਨਹੀਂ ਹੁੰਦਾ? ਪੈਸਾ ਕਮਾਉਣਾ ਨਹੀਂ। ਜਿਵੇਂ ਕੁਕਿੰਗ ਇਨ ਦਾ ਹਾਊਸ, ਪਲੇਇੰਗ ਗੋਇੰਗ ਟੂ ਸਕੂਲ, ਗੋਇੰਗ ਫॉर ਪ੍ਰੇਅਰਸ। ਬਟ ਦਿਸ ਆਲਸੋ ਪਾਰਟ ਆਫ ਹਿਊਮਨ ਐਕਟੀਵਿਟੀ। ਇਸ ਤਰ੍ਹਾਂ ਸਾਨੂੰ ਪਤਾ ਚੱਲ ਗਿਆ ਨਾ ਹਿਊਮਨ ਐਕਟੀਵਿਟੀ ਕੀ ਹੈ? ਦੋ ਤਰ੍ਹਾਂ ਦੀ ਐਕਟੀਵਿਟੀ ਕਰਦਾ ਹੈ। ਇੱਕ ਇਕਨੋਮਿਕ ਐਕਟੀਵਿਟੀ ਕਰਦਾ, ਇੱਕ ਨੋਨ ਇਕਨੋਮਿਕ ਐਕਟੀਵਿਟੀ। ਇਕਨੋਮਿਕ ਐਕਟੀਵਿਟੀ 'ਚ ਕੀ ਕਰਦਾ? ਉਹ ਪੈਸੇ ਨੂੰ ਕੀ ਕਰਦਾ? ਕਮਾਉਂਦਾ ਉਹਦੇ ਵਿੱਚ। ਅਤੇ ਨੋਨ ਇਕਨੋਮਿਕ ਐਕਟੀਵਿਟੀ 'ਚ ਕੀ ਆ? ਉਹਦਾ ਮੁੱਖ ਉਦੇਸ਼ ਕੀ ਨਹੀਂ ਹੁੰਦਾ? ਪੈਸਾ ਕਮਾਉਣਾ ਨਹੀਂ ਹੁੰਦਾ। ਜਿਵੇਂ ਤੁਹਾਨੂੰ ਦੱਸਿਆ ਸੀ ਵੀ ਉਹ ਪਲੇਇੰਗ ਗੋਇੰਗ ਟੂ ਸਕੂਲ, ਗੋਇੰਗ ਫॉर ਪ੍ਰੇਅਰਸ, ਕੁਕਿੰਗ ਇਨ ਦਾ ਹਾਊਸ, ਇਹਨਾਂ ਦਾ ਮੁੱਖ ਉਦੇਸ਼ ਕੀ ਨਹੀਂ ਹੁੰਦਾ? ਪੈਸਾ ਕਮਾਉਣਾ ਨਹੀਂ ਹੁੰਦਾ। ਉਹ ਹੁੰਦੀ ਹੈ ਨੋਨ ਇਕਨੋਮਿਕ ਐਕਟੀਵਿਟੀ। ਇਕਨੋਮਿਕ ਐਕਟੀਵਿਟੀ ਦਾ ਕੀ ਹੈ? ਮੁੱਖ ਉਦੇਸ਼ ਪੈਸਾ ਕਮਾਉਣਾ ਹੁੰਦਾ। ਜਿਵੇਂ ਡਾਕਟਰ ਪੇਸ਼ੈਂਟ ਚੈੱਕ ਕਰਦਾ, ਬਦਲੇ ਵਿੱਚ ਆਦੀ ਫੀਸ ਚਾਰਜ ਕਰਦਾ। ਵਰਕਰਸ ਹੈ, ਫੈਕਟਰੀ 'ਚ ਵਰਕ ਕਰਦੇ ਆ, ਬਦਲੇ ਵਿੱਚ ਕੀ ਲੈਂਦੇ ਆ? ਉਹ ਵੇਜਸ ਜਾਂ ਸੈਲਰੀ ਲੈਂਦੇ ਆ। ਕਹਿੰਦੇ ਹੁਣ ਟਾਈਪਸ ਆਫ ਹਿਊਮਨ ਐਕਟੀਵਿਟੀ। ਹਿਊਮਨ ਐਕਟੀਵਿਟੀ ਕੀ ਹੈ? ਦੋ ਤਰ੍ਹਾਂ ਦੀ ਹੁੰਦੀ ਹੈ, ਇਕਨੋਮਿਕ ਐਕਟੀਵਿਟੀ ਅਤੇ ਨੋਨ ਇਕਨੋਮਿਕ ਐਕਟੀਵਿਟੀ। ਇਕਨੋਮਿਕ ਐਕਟੀਵਿਟੀ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਆਰਥਿਕ ਕਿਰਿਆਵਾਂ।
कहता आल इकनॉमिक एक्टिविटी ही अंडरटेकन विद द ऑबजैक्ट ऑफ अर्निंग मनी आर कार्ड इकनॉमिक एक्टिविटी। वो सारिया एक्टिविटी जिन्हों का मुख्य उद्देश की होगा पैसा कमाना होगा उन्होंने की कहा जाऊगा इकनॉमिक एक्टिविटी कहा जाऊगा। इकनॉमिक एक्टिविटी का कंसर्न विद द प्रोडक्शन एंड डिस्ट्रीब्यूशन ऑफ गुड्स एंड सर्विस फॉर सेल एट प्रॉफिट का इकनॉमिक एक्टिविटी का जो संबंध होंदा है वस्तुआं दी सेवावां जी गुड्स नूं की करनी है प्रोडक्शन करनी उहदी वंड करनी किते करनी सेल ते मतलब सेल च अपना की होंदा प्रॉफिट ऐड होंदा है कॉस्ट प्लस प्रॉफिट इज इक्वल टू किहदा होंदा है सेल ते होंदा है। इस करके आपां कोई भी वस्तुआं दी प्रोडक्शन करते डिस्ट्रीब्यूशन करते हैं और च की होंदा अपना प्रॉफिट ऐड होंदा है। इस करके कोई भी सेल करते हैं लाभ ते कमा के की करते हैं सेल करते हैं। इन्हां एक्टिविटी का उद्देश्य एट प्रॉपर एलोकेशन एंड ऑप्टीमल यूज ऑफ रिसोर्सिज इन्हां एक्टिविटी जिहड़ा उद्देश्य होंदा है भी सही तरीके नाल की करने साधनां दा इस्तेमाल करना होंदा उन्हां दी वंड करना होंदा है एंड एम टू मैक्सीमाइज द सर्टिफिकेशन और प्रॉफिट वैलफेयर ऑफ द इंडिविजुअल। फिर इन्हां दा उद्देश्य होंदा है कि वध तो वध की कमाउणा प्रॉफिट कमाउणा होंदा है अते इंडिविजुअल वैलफेयर अते संतुष्टि प्राप्त करना होंदा है। एग्जाम्पल ऑफ इकनॉमिक एक्टिविटी प्रोडक्शन ऑफ गुड्स इन फैक्ट्री। हुण बाय ਆਪਾਂ ਨੂੰ ਪਤਾ ਹੈ ਜੀ फैक्ट्री च गुड्स प्रोडक्शन होंदी है इन्हें जे ਜਿਹੜੇ प्रोडक्शन गुड्स कर रहे हो पैसा कमाउणगे ਇਹਨੂੰ ਵੇਚ ਕੇ ਬਾਇੰਗ ਐਂਡ ਸੈਲਿੰਗ ऑफ गुड्स बाय ट्रेडर्स प्रोडक्शन एंड सेल क्रॉप बाय फार्मर आदि फसल ਨੂੰ प्रोडक्शन कर रहे हैं बाद सेल करेंगे बदले चलो कि मिलो पैसा कम मिलूगा। स्पैशलाइज पर्सनल सर्विस जिवें प्रोफैशनल च कौन आ जाते हैं डॉक्टर्स आ जाते हैं लायर्स आ जाते हैं चार्टर्ड अकाउंटेंट आ जाते हैं। पर्सनल सर्विस रेंडर बाय इंपलाइज ऑन जो कि कहते जे CA वगैरह होंगे लायर हो गया डॉक्टर हो गया ये आदि जी की सर्विस देंगे है बदले च की करते फीस चार्ज करते इन्हों की होगी इनकम होगी जी इन्होंने की है लाइविंग करने लिए की जरूरी होंगी है। इस करके सूँ इतों पता चलता है भी जी इकनॉमिक एक्टिविटी का मुख्य उद्देश्य की होंगे पैसा कमाना होंगे है जिस नाल कि अपनी की है जिंदगी की जरूरत की हो सकन पूरियां हो सकन। हुण टाइप्स ऑफ इकनॉमिक एक्टिविटी बिजनस प्रोफैशन इंपलॉयमेंट। बिजनस किनू कहते हैं व्यापार बिजनस रैफर टू एक्टिविटी कंसर्न विद द प्रोडक्शन एंड एक्सचेंज ऑफ गुड्स एंड सर्विस। बिजनस उन एक्टिविटी नाल संबंध है जिसका मुख्य उद्देश्य की है वस्तुओं का उत्पादन करना वटांदरा करना सर्विस गुड्स एंड सर्विस का किस उद्देश्य नाल प्रॉफिट के उद्देश्य नाल किस उद्देश्य नाल लाभ के उद्देश्य नाल। कोई भी बिजनस है वह बिना प्रॉफिट तो की चल नहीं सकता इसलिए बिजनस को क्या प्रॉफिट कमाना पऊगा। इस करके इकनॉमिक एक्टिविटी की पहली टाइप बिजनस होंगी है एग्जाम्पल मैनुफैक्चरिंग का बिजनस होलसेल का बिजनस रिटेल का बिजनस ट्रांसपोर्टेशन का बिजनस वेयर हाउसिंग का बिजनस इंश्योरेंस का बिजनस एडवरटाइजिंग का बिजनस माइनिंग फिशिंग। इन्होंने सारा का मुख्य उद्देश्य की होंगे प्रॉफिट कमाना होंगे है उन्होंने की कहा जाता अपने को इकनॉमिक एक्टिविटी कहा जाता है। पहली टाइप हो गया बिजनस। हुण सैकेंड है प्रोफैशन। हुण आपां नूं पता है प्रोफैशन च भी की होंदा है जिवें अपने कोल CA है ਇਹਦਾ प्रोफैशन ही होंदा ना चार्टर अकाउंटेंट डॉक्टर है ਉਹਦਾ MBBS की होंदा है उन्हें डिग्री की होंदी भी प्रोफैशन होंदा है। अपने को लायर है उन्हें LLB की होंदी है। कहते ਜਿਹੜਾ बंदा प्रोफैशन होंदा ना ਉਹਦੀ प्रोफैशन रिलेटेड की होंदी है स्पैशलाइज की होंदी है नॉलेज होंदी है। ये प्रोफैशन इज ऑक्यूपेशन एक प्रोफैशन भी की होंदा एक तरह का की होंदा किता होंदा है विच इनवॉल्व द रेंडरिंग ए पर्सन सर्विस स्पैशल इन नेचर। वो सिर्फ ਉਹੀ व्यक्ति की करता है सर्विस दिंदा स्पैशल इन नेचर। हुण डॉक्टर है डॉक्टर ਨੂੰ डॉक्टर बारे जानकारी होगी उन्होंने CA बारे काहदी नॉलेज होगी CA है उन्होंने CA बारे नॉलेज होगी हुण ठीक है उन्होंने डॉक्टर बारे नॉलेज हो नहीं सकती। इस करके कहता उन्होंने आपकी की दिंदे पर्सनल सर्विस दिंदे ਜਿਹੜਾ ਬੰਦਾ कि जिच की होंदा परफैक्ट होंदा ते प्रोफैशनल प्राप्त किया होंदा। द सर्विस आर बेस्ड ऑन प्रोफैशनल एजुकेशन जी ये सर्विस दी जाती है ये लिए कि स्पैशल की होंगी एजुकेशन होंगी है नॉलेज होंगी है टीचिंग होंगी है। ये स्पैशलाइज सर्विस इज प्रोवाइडेड फॉर ए प्रोफैशनल फीस चार्ज फ्रॉम क्लाइंट। ਜਿਹੜੇ डॉक्टर है लायर है चार्टर्ड अकाउंटेंट है ठीक है आदि की दिंदे स्पैशल सर्विस दिंदे ते बदले विच की चार्ज करते हैं प्रोफैशनल फीस चार्ज करते हैं क्लाइंट्स तो। तो सर्विस कौन दिंदे डॉक्टर है एडवोकेट है चार्टर्ड अकाउंटेंट है प्रोफैशनल सर्विस है। फीचर की है प्रोफैशन कोई भी पर्सन है ए पर्सन एंटरिंग ए पार्टिकुलर प्रोफैशन शुड हैव स्पेशल नॉलेज एंड ट्रेनिंग प्रिस्क्राइब फॉर एंटरिंग दैट प्रोफैशन। वन मस्ट हैव प्रोफैशन डिग्री सच एज CA LLB MBBS सेप्टा फॉर एंटरिंग ए पार्टिकुलर प्रोफैशन। कोई भी व्यक्ति है ठीक है आदि पार्टिकुलर प्रोफैशन च एंटर होने तो पहले उन्होंने की होनी चाहिए है नॉलेज होनी चाहिए है। जे सपोज करो CA है उन्हें CA बारे की नॉलेज होनी चाहिए है LLB है LLB बारे वकील बारे नॉलेज होनी चाहिए MBBS डॉक्टर बारे की होनी चाहिए है नॉलेज होनी चाहिए है। इस करके पर्सन है उन्होंने की आदि पार्टिकुलर प्रोफैशन बारे की होनी चाहिए स्पैशलिस्ट की होनी चाहिए नॉलेज होनी चाहिए है उन्हें ट्रेनिंग लैती होनी चाहिए है फॉर एंटरिंग ए प्रोफैशन च एंटर करने तो पहला। वन मस्ट है प्रोफैशन डिग्री वो डिग्री भी होनी चाहिए है चार्टर्ड अकाउंटेंट को CA की डिग्री होनी चाहिए है एडवोकेट
कोल की होनी चाहिए LLB की डिग्री होनी चाहिए, डॉक्टर को MBBS की डिग्री होनी चाहिए ये प्रोफैशन च पार्टी को एंटर करन लई। द मैंबरशिप ऑफ ए पार्टी को प्रोफैशन बॉडी इज़ कंपलसरी। हाँ, ਜਿਹੜੇ ਬੰਦੇ ਪ੍ਰੋਫੈਸ਼ਨ ਐਂਟਰ ਕਰਨਗੇ ਮੈਂਬਰਸ਼ਿਪ ਲੈਣੀ ਜ਼ਰੂਰੀ ਹੈ। ਜਿਵੇਂ CA ਹੈ, ਠੀਕ ਹੈ, ਚਾਰਟਰ ਅਕਾਊਂਟੈਂਟ ਹੈ, ਉਹਨੂੰ ਇੰਸਟੀਟਿਊਟ ਆਫ ਚਾਰਟਰ ਅਕਾਊਂਟੈਂਟ ਆਫ ਇੰਡੀਆ ਦੇ ਵਿੱਚ ਕੀ ਹੋਣਾ ਪਊਗਾ, ਰਜਿਸਟਰ ਹੋਣਾ ਪਊ, ਮੈਂਬਰਸ਼ਿਪ ਲੈਣੀ ਪਊਗੀ, ਕਿਉਂਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਪ੍ਰੋਫੈਸ਼ਨ ਬੋਡੀ ਨੇ ਉਹਨਾਂ ਦੀ ਅਕੋਰਡਿੰਗ ਰੂਲ ਰੈਗੂਲੇਸ਼ਨ ਕੀ ਕਰਨਾ ਪੈਂਦਾ, ਕੰਮ ਕਰਨਾ। ਇਸ ਤਰ੍ਹਾਂ ਕਹਿੰਦਾ ਜਿਹੜਾ ਐਡਵੋਕੇਟ LLB ਕੀਤੀ ਉਹਨੂੰ ਬਾਰ ਕੌਂਸਲ ਆਫ ਇੰਡੀਆ ਦਾ ਕੀ ਬਣਨਾ ਪਊ, ਮੈਂਬਰ ਬਣਨਾ ਪਊ, ਉਹਨਾਂ ਦੇ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਕਰਨਾ ਪਊਗਾ, ਕੰਮ ਕਰਨਾ ਪਊਗਾ। ਐਂ ਡਾਕਟਰ ਹੈ, ਠੀਕ ਹੈ, ਉਹਨੂੰ ਕਿੱਧਰ ਲੈਣਾ ਪਊਗਾ, ਮੈਡੀਕਲ ਕੌਂਸਲ ਆਫ ਇੰਡੀਆ ਦੇ ਵਿੱਚ ਮੈਂਬਰਸ਼ਿਪ ਲੈਣੀ ਪਊਗੀ। ਐਵਰੀ ਪ੍ਰੋਫੈਸ਼ਨ ਬੋਡੀ ਹੈਜ਼ ਏ ਕੋਡ ਆਫ ਕੰਡਕਟ ਵਿਚ ਐਵਰੀ ਮੈਂਬਰ ਮਸਟ ਫੋਲੋ। ਹਰੇਕ ਪ੍ਰੋਫੈਸ਼ਨ ਬੋਡੀ 'ਚ ਉਹਨੂੰ ਉਹਦੇ ਰੂਲ ਰੈਗੂਲੇਸ਼ਨ ਨੂੰ ਕੀ ਕਰਨੇ ਪੈਣਗੇ, ਮੈਂਬਰ ਨੂੰ ਫੋਲੋ ਕਰਨੇ ਪੈਣਗੇ। ਜਿਵੇਂ CA ਆਦਾ ਚਾਰਟਰ ਅਕਾਊਂਟੈਂਟ ਇੰਡੀਆ 'ਚ ਰਜਿਸਟਰ ਹੁੰਦਾ ਹੈ, ਠੀਕ ਹੈ, ਜਿਹੜੇ ਜਿਹਨੇ LLB ਉਹ ਬਾਰ ਕੌਂਸਲ ਆਫ ਇੰਡੀਆ ਵਿੱਚ ਰਜਿਸਟਰ ਹੁੰਦਾ ਹੈ, ਅਤੇ ਜਿਹੜਾ ਆਪਣੇ ਕੋਲ MBBS ਜਿਹਨੇ ਡਾਕਟਰ ਕੇ ਮੈਡੀਕਲ ਕੌਂਸਲ ਆਫ ਇੰਡੀਆ ਰਜਿਸਟਰ ਉਹਨੂੰ ਉਹਦੇ ਰੂਲ ਰੈਗੂਲੇਸ਼ਨ ਨੂੰ ਕੀ ਕਰਨਾ ਪੈਂਦਾ, ਫੋਲੋ ਕਰਨਾ ਪੈਂਦਾ। ਪ੍ਰੋਫੈਸ਼ਨ ਚਾਰਜ ਫੀਸ ਫਰੋਮ ਕਲਾਇੰਟ ਫॉर ਪ੍ਰੋਵਾਈਡਿੰਗ ਦੇਅਰ ਸਰਵਿਸ। ਕਹੇ ਜੇ ਪ੍ਰੋਫੈਸ਼ਨ ਚਾਰਜ ਫੀਸ ਕੀ ਕੀਤੀ ਜਾਂਦੀ ਹੈ, ਕਲਾਇੰਟ ਤੋਂ ਚਾਰਜ ਕੀਤੀ ਜਾਂਦੀ ਹੈ ਅਤੇ ਉਹ ਸਰਵਿਸ ਕੀ ਕਰਦਾ, ਪ੍ਰੋਵਾਈਡ ਕਰਦਾ ਹੈ। ਇਹ ਪ੍ਰੋਫੈਸ਼ਨ ਕੈਨ ਨੋਟ ਐਡਵਰਟਾਈਜ਼ ਹਿਮਸੈਲਫ ਇਫ ਇਟ ਇਜ਼ ਬੈਂਡ ਬਾਈ ਦ ਪ੍ਰੋਫੈਸ਼ਨ ਬੋਡੀ। ਜੇ ਪ੍ਰੋਫੈਸ਼ਨ ਬੋਡੀ ਤੋਂ ਅੱਗੇ ਰੋਕ ਲੱਗੀ ਕੀ ਹੈ ਤਾਂ ਕੋਈ ਵੀ ਪ੍ਰੋਫੈਸ਼ਨਲ ਕੀ ਨਹੀਂ ਕਰ ਸਕਦਾ, ਆਦੀ ਐਡਵਰਟਾਈਜ਼ਮੈਂਟ ਨਹੀਂ ਕਰ ਸਕਦਾ। ਕੀ ਨਹੀਂ ਕਰ ਸਕਦਾ, ਐਡਵਰਟਾਈਜ਼ਮੈਂਟ ਨਹੀਂ ਕਰ ਸਕਦਾ। ਜਿਹੜਾ ਮੈਡੀਕਲ ਆ ਉਹਨੂੰ ਮੈਡੀਕਲ ਕੌਂਸਲ ਆਫ ਇੰਡੀਆ ਰਜਿਸਟਰ ਹੋਣਾ ਪੈਂਦਾ। ਲੀਗਲ ਮਤਲਬ ਜਿਹਨੇ LLB ਕੀਤੀ ਉਹਨੂੰ ਬਾਰ ਕੌਂਸਲ ਆਫ ਇੰਡੀਆ ਅੰਡਰ ਰਜਿਸਟਰ ਹੋਣਾ ਪੈਂਦਾ। ਅਕਾਊਂਟੈਂਸੀ ਨੂੰ ਕੀ ਚਾਹੁੰਦਾ ਹੁੰਦਾ, ਇੰਸਟੀਟਿਊਟ ਆਫ ਚਾਰਟਰ ਅਕਾਊਂਟੈਂਟ ਆਫ ਇੰਡੀਆ। ਕੰਪਨੀ ਸੈਕਟਰੀ ਨੂੰ ਕੀ ਚਾਹੀਦਾ, ਇੰਸਟੀਟਿਊਟ ਆਫ ਕੰਪਨੀ ਸੈਕਟਰੀ ਆਫ ਇੰਡੀਆ। ਕੋਸਟ ਅਕਾਊਂਟੈਂਸੀ ਨੂੰ ਕੀ ਚਾਹੁੰਦਾ ਹੁੰਦਾ, ਇੰਸਟੀਟਿਊਟ ਆਫ ਕੋਸਟ ਐਂਡ ਵਰਕ ਅਕਾਊਂਟੈਂਟ ਆਫ ਇੰਡੀਆ। Employment. When a person undertake to render person service under an agreement of employment, ਜਦੋਂ ਕਿ ਇੱਕ ਵਿਅਕਤੀ ਆਪਦੀ ਪਰਸਨਲ ਸਰਵਿਸ ਦਿੰਦਾ ਹੈ ਕਿਸੇ ਇੰਪਲਾਇਮੈਂਟ ਸਮਝੌਤੇ ਦੇ ਅਧੀਨ, ਹੀ ਜਾਂ ਸ਼ੀ, ਉਹ ਮੁੰਡਾ ਵੀ ਹੋ ਸਕਦਾ, ਕੁੜੀ ਵੀ ਹੋ ਸਕਦਾ, ਕੋਈ ਵੀ ਹੋ ਸਕਦਾ, ਠੀਕ ਹੈ, ਜੈਨ ਵੀ ਹੋ ਸਕਦਾ, ਲੇਡੀਜ਼ ਵੀ ਹੋ ਸਕਦੀ ਹੈ। ਹੀ ਜਾਂ ਸ਼ੀ ਇਜ਼ ਸੈਡ ਟੂ ਬੀ ਇਨ ਸਰਵਿਸ ਔਰ ਇੰਪਲਾਇਮੈਂਟ। ਕਹਿੰਦੇ ਉਹ ਕੀ ਕਰ ਸਕਦੇ, ਉਹ ਕੀ ਇਹਦੀ ਸਰਵਿਸ ਦਿੰਦੀ ਹੈ ਜਾਂ ਉਹਨੂੰ ਕੀ ਮਿਲਦਾ, ਇੰਪਲਾਇਮੈਂਟ ਮਿਲਦੀ ਹੈ। ਤਾਂ ਪਰਸਨ ਹੂ ਇੰਪਲਾਇਜ਼ ਅਦਰ ਇਜ਼ ਕਾਲਡ ਇੰਪਲਾਇਜ਼। ਜਿਹੜੇ ਵਿਅਕਤੀ ਨੂੰ ਕੀ ਹੈ, ਜੋਬ ਮਿਲਦੀ ਹੈ, ਜਿਹੜੇ ਵਿਅਕਤੀ ਨੂੰ ਕੀ ਮਿਲਦੀ ਹੈ, ਜੋਬ ਮਿਲਦੀ ਹੈ, ਉਹ ਤਾਂ ਹੁੰਦਾ ਇੰਪਲਾਇਜ਼। ਅਤੇ ਜਿਹੜਾ ਦੇਣ ਵਾਲਾ ਹੁੰਦਾ, ਜਿਹੜਾ ਵਿਅਕਤੀ ਕੀ ਹੈ ਉਹ ਦੂਜੇ ਵਿਅਕਤੀ ਨੂੰ ਜੋਬ ਦੇਣ ਵਾਲਾ ਹੁੰਦਾ, ਉਹ ਇੰਪਲਾਇਰ ਹੁੰਦਾ, ਮਤਲਬ ਕੀ ਹੁੰਦਾ, ਮਾਲਕ ਹੁੰਦਾ। ਦ ਪਰਸਨ ਗੈਟਿੰਗ ਇੰਪਲਾਇਮੈਂਟ ਆਰ ਕਾਲਡ ਇੰਪਲਾਇਜ਼। ਜੋ ਵਿਅਕਤੀ ਇਹ ਰੁਜ਼ਗਾਰ ਪ੍ਰਾਪਤ ਕਰਦਾ, ਇੰਪਲਾਇਮੈਂਟ ਪ੍ਰਾਪਤ ਕਰਦਾ ਹੈ, ਉਹਨੂੰ ਇੰਪਲਾਇਜ਼ ਕਹਿੰਦਾ, ਕਰਮਚਾਰੀ ਕਹਿੰਦਾ। ਦ ਸਰਵਿਸ ਇਜ਼ ਰੈਂਡਰ ਫੋਰ ਏ ਸੈਲਰੀ ਔਰ ਵੇਜਸ। ਜਿਹੜਾ ਇੰਪਲਾਇਜ਼ ਹੈ, ਕਰਮਚਾਰੀ, ਆਦੀ ਸਰਵਿਸ ਕਿਹਨੂੰ ਦਿੰਦਾ, ਮਾਲਕ ਨੂੰ ਦਿੰਦਾ, ਇੰਪਲਾਇਰ ਨੂੰ ਦਿੰਦਾ। ਤਾਂ ਕਹਿੰਦਾ ਉਹ ਕੀ ਕਰਦਾ, ਬਦਲੇ 'ਚ ਕੀ ਪ੍ਰਾਪਤ ਕਰਦਾ, ਸੈਲਰੀ ਜਾਂ ਕੀ ਪ੍ਰਾਪਤ ਕਰਦਾ, ਵੇਜਸ ਪ੍ਰਾਪਤ ਕਰਦਾ। ਅਦਰ ਬੈਨੀਫਿਟ ਅਟੈਚ ਵੀ ਦਿੱਤੇ ਜਾਂਦੇ ਆ। ਸਰਵਿਸ ਕੀ ਹੋ ਸਕਦੀ ਹੈ, ਗੌਰਮੈਂਟ ਵੀ ਹੋ ਸਕਦੀ ਹੈ, ਅਤੇ ਉਹ ਕੀ ਹੋ ਸਕਦੀ ਹੈ, ਪ੍ਰਾਈਵੇਟ ਔਰਗੇਨਾਈਜੇਸ਼ਨ ਵੀ ਹੋ ਸਕਦੀ ਹੈ, ਜਿਸ 'ਚੋਂ ਕਰਮਚਾਰੀ ਕੀ ਕਰ ਰਿਹਾ, ਕੰਮ ਕਰ ਰਿਹਾ। ਐਗਜ਼ਾਮਪਲ ਆਫ ਇੰਪਲਾਇਮੈਂਟ, ਕਹਿੰਦੇ ਵਰਕਿੰਗ ਇਨ ਫੈਕਟਰੀਜ਼, ਆਫਿਸ, ਬੈਂਕਸ, ਇੰਸ਼ੋਰੈਂਸ ਕੰਪਨੀ, ਸ਼ੋਪ, ਰੈਸਟੋਰੈਂਟ, ਸੇਲਸਮੈਨ। ਐਗਜ਼ਾਮਪਲ ਹੈ ਇੰਪਲਾਇਮੈਂਟ, ਜਿਸ 'ਤੇ ਕੀ ਆਪਾਂ ਕੰਮ ਕਰ ਰਹੇ ਹੁੰਦੇ। ਗੌਰਮੈਂਟ ਵੀ ਹੋ ਸਕਦੀ ਹੈ ਸੰਸਥਾ, ਇਹ ਕੀ ਪ੍ਰਾਈਵੇਟ ਵੀ ਹੋ ਸਕਦੀ ਹੈ। ਫੀਚਰ ਆਫ ਇੰਪਲਾਇਮੈਂਟ, ਐਨ ਇੰਪਲਾਇਮੈਂਟ ਕਮੈਂਸ ਵੈਨ ਏ ਪਰਸਨ ਜੁਆਇਨ ਸਮ ਔਰਗੇਨਾਈਜੇਸ਼ਨ ਫॉर ਪ੍ਰੋਵਾਈਡਿੰਗ ਪਰਸਨ ਸਰਵਿਸ। ਇੰਪਲਾਇਮੈਂਟ ਉਦੋਂ ਸਟਾਰਟ ਹੁੰਦੀ ਹੈ ਜਦੋਂ ਵਿਅਕਤੀ ਕੀ ਹੈ, ਔਰਗੇਨਾਈਜੇਸ਼ਨ 'ਚ ਕੀ ਹੈ, ਜੁਆਇਨ ਕਰਦਾ ਹੈ ਅਤੇ ਆਦੀ ਪਰਸਨ ਸਰਵਿਸ ਕੀ ਦੇਣੀ ਸ਼ੁਰੂ ਕਰ ਦਿੰਦਾ ਹੈ। ਦੇਰ ਇਜ਼ ਅ ਰਿਲੇਸ਼ਨਸ਼ਿਪ ਆਫ ਇੰਪਲਾਇਰ ਐਂਡ ਇੰਪਲਾਈ। ਇਹਦੇ ਵਿੱਚ ਮਾਲਕ ਅਤੇ ਕੀ ਹੁੰਦਾ, ਆਪਣੇ ਕੋਲ ਕਰਮਚਾਰੀ ਦਾ ਸੰਬੰਧ ਹੁੰਦਾ ਹੈ। ਇੰਪਲਾਇਰ ਹੁੰਦਾ ਹੈ ਮਾਲਕ, ਇੰਪਲਾਈ ਹੁੰਦਾ ਕਰਮਚਾਰੀ। ਇਹ ਪਰਸਨ ਟੇਕਿੰਗ ਅਪ ਏ ਜੋਬ, ਜਿਹੜਾ ਵਿਅਕਤੀ ਜੋਬ ਲੈ ਰਿਹਾ ਹੁੰਦਾ ਇੰਪਲਾਈ ਕਹਿੰਦੇ ਆ, ਅਤੇ ਜਿਹੜਾ ਜੋਬ ਦੇ ਰਿਹਾ ਉਹਨੂੰ ਕੀ ਕਹਿੰਦੇ, ਇੰਪਲਾਇਰ ਕਹਿੰਦੇ, ਮਾਲਕ ਦਾ। ਕੋਈ ਮਾਲਕ ਹੀ ਕਰਮਚਾਰੀ ਨੂੰ ਕੀ ਦਿੰਦਾ, ਜੋਬ ਦਿੰਦਾ। ਇਸ ਕਰਕੇ ਇੰਪਲਾਈ ਤਾਂ ਹੋ ਗਿਆ ਕਰਮਚਾਰੀ, ਇੰਪਲਾਇਰ ਕੀ ਹੋ ਗਿਆ ਆਪਣਾ ਮਾਲਕ, ਜਿਹੜਾ ਕੀ ਦੇ ਰਿਹਾ, ਜੋਬ ਦੇ ਰਿਹਾ ਆਪਾਂ ਨੂੰ। ਉਸ ਤੋਂ ਬਾਅਦ ਇਹ ਦ ਇੰਪਲਾਇਜ਼ ਅਸਾਈਨ ਡਿਊਟੀਜ਼ ਟੂ ਇੰਪਲਾਈਜ਼ ਨੂੰ। ਜਿਹੜਾ ਇੰਪਲਾਇਰ ਹੈ ਉਹ ਕੀ ਕਰਦਾ, ਮਾਲਕ ਹੈ, ਅਤੇ ਕਰਮਚਾਰੀ ਪ੍ਰਤੀ ਕੀ ਕਰਦਾ, ਡਿਊਟੀ ਨੂੰ ਕੀ ਕਰਦਾ, ਸਾਈਨ ਕਰਦਾ। ਕਰਮਚਾਰੀ ਨੂੰ ਡਿਊਟੀ ਕੀ ਕਰਦਾ, ਉਹ ਸਾਈਨ ਕਰਦਾ। ਉਸ ਤੋਂ ਬਾਅਦ ਕਹਿੰਦਾ ਇੰਪਲਾਈਜ਼ ਇਜ਼ ਨੋਟ ਰਿਕੁਆਇਰਡ ਟੂ ਮੇਕ ਕੈਪੀਟਲ ਇਨਵੈਸਟਮੈਂਟ। ਵੀ ਜਿਹੜਾ ਕਰਮਚਾਰੀ ਹੈ, ਠੀਕ ਹੈ, ਉਹਨੂੰ ਜ਼ਰੂਰਤ ਨਹੀਂ ਹੈਗੀ ਕਿਹਨੂੰ, ਇਨਵੈਸਟਮੈਂਟ ਕਰਨ ਦੀ, ਕਿਉਂਕਿ ਸਾਰੀ ਇਨਵੈਸਟਮੈਂਟ ਕਿਹਨੇ ਕੀਤੀ ਹੁੰਦੀ ਹੈ, ਮਾਲਕ ਨੇ ਕੀਤੀ ਹੁੰਦੀ ਹੈ। ਆਫਿਸ ਜਾਂ ਸੈਟਅਪ ਕੀਤਾ ਮਾਲਕ ਨੇ ਕੀਤਾ ਹੁੰਦਾ। ਕਰਮਚਾਰੀ ਸਿਰਫ ਉੱਥੇ ਕੀ ਕਰ ਰਿਹਾ ਹੁੰਦਾ, ਕੰਮ ਕਰ ਰਿਹਾ, ਉਹਨੂੰ ਕੋਈ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ। ਦਾ ਇੰਪਲਾਈਜ਼ ਗੈਟ ਸੈਲਰੀ ਵੇਜ ਫॉर ਰੈਂਡਿੰਗ ਦੇਅਰ ਸਰਵਿਸ ਟੂ ਦਾ ਔਰਗੇਨਾਈਜੇਸ਼ਨਸ। ਜਿਹੜਾ ਇੰਪਲਾਈਜ਼ ਹੈ ਉਹ ਬਦਲੇ ਵਿੱਚ ਕੀ ਪ੍ਰਾਪਤ ਕਰਦਾ, ਸੈਲਰੀ ਪ੍ਰਾਪਤ ਕਰਦਾ, ਵੇਜਸ ਪ੍ਰਾਪਤ ਕਰਦਾ ਹੈ। ਅਤੇ ਕਾਹਦੇ ਬਦਲੇ ਸੈਲਰੀ ਵੇਜ ਦੀ ਸਰਵਿਸ ਦਿੰਦਾ, ਕਿਹਨੂੰ ਦਿੰਦਾ, ਔਰਗੇਨਾਈਜੇਸ਼ਨ ਨੂੰ, ਜਿੱਥੇ ਉਹ ਕੰਮ ਕਰ ਰਿਹਾ ਹੁੰਦਾ।
एम्प्लॉयज़ विल हैव टू फॉलो सर्विस रूल एंड रेगूलेशन प्रिस्क्राइब बाय एम्प्लॉय। मालक द्वारा जो रूल रेगूलेशन बनाए गए हैं ਉਹਨੂੰ ਕੀ ਕਰਨੇ ਪੈਂਦੇ ਆ, ਫੋਲੋ ਕਰਨੇ ਪੈਂਦੇ ਆ। ਕਿਹਨੂੰ? ਕਰਮਚਾਰੀ ਨੂੰ, ਇੰਪਲਾਈਜ਼ ਨੂੰ ਕੀ ਕਰਨੇ ਪੈਂਦੇ ਆ, ਫੋਲੋ ਕਰਨੇ ਪੈਂਦੇ ਆ। ਦੇ ਆਰ ਨੋ ਸਟੈਂਡਰਡ ਕੁਆਲੀਫਿਕੇਸ਼ਨ ਫॉर ਗੈਟਿੰਗ ਇੰਪਲੋਇਮੈਂਟ। ਰੁਜ਼ਗਾਰ ਦੇ ਲਈ ਕੋਈ ਆਪਾਂ ਨੂੰ ਸਟੈਂਡਰਡ ਕੁਆਲੀਫਿਕੇਸ਼ਨ ਦੀ ਲੋੜ ਨਹੀਂ। ਪਤਾ ਕੁਆਲੀਫਿਕੇਸ਼ਨ ਲਿੰਕ ਟੂ ਰਿਕੁਆਇਰਮੈਂਟ ਆਫ ਪਾਰਟੀ ਕੋ ਜੋਬ। ਹਾਂ, ਕੁਆਲੀਫਿਕੇਸ਼ਨ ਸੰਬੰਧ ਹੋਣਾ ਜਿੱਥੇ ਉਹਨੂੰ ਕੀ ਮਿਲਦੀ ਹੈ, ਜੋਬ ਮਿਲਦੀ ਹੈ, ਵੀ ਉਹਨੂੰ ਕਿਸ ਬੇਸ ਤੇ ਜੋਬ ਮਿਲਦੀ ਹੈ, ਕੀ ਸੀਟ ਹੈ, ਕੀ ਕਲਰਕ ਦਾ ਕੰਮ ਹੈ ਕਿ ਕੀ ਕੰਮ ਹੈ, ਉਸ ਬੇਸ ਤੇ ਕੀ ਉਹਦਾ ਕੁਆਲੀਫਿਕੇਸ਼ਨ ਦਾ ਕੀ ਹੁੰਦਾ ਹੈ, लिंक का की होता है, संबंध होता है। सो फ्रेंड्स, आज का टॉपिक यहीं पर की होता है, कंप्लीट होता है। नेक्स्ट टॉपिक अपन नेक्स्ट वीडियो में की करेंगे, डिस्कस करेंगे। थैंक यू फ्रेंड्स।